ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਲੋਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇਸ ਵਲੋਗ ਦੇ ਵਿੱਚ ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੇ ਸੰਬੰਧ ਵਿੱਚ ਭਾਈ ਹਰਦੇਵ ਸਿੰਘ ਭਿੰਡਰ ਪਾਸੋਂ ਸੰਖੇਪ ਸਾਖੀ ਸੁਣੋਗੇ। ਆਓ ਸਾਰੇ ਸਰਵਣ ਕਰੀਏ, ਪਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਚੰਗਾ ਲੱਗਾ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਸਮੂਹ ਮਾਈ ਭਾਈ ਸਤ ਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ ਜੀ। ਆਪ ਸਭ ਮਾਈ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੇ ਹੋ। ਸਾਹਿਬ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰ ਪ੍ਰਵਾਨ ਕਰਕੇ ਸਭ ਨੂੰ ਨਿਵਾਜਣ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਬਚਨ ਸਤਿਗੁਰੂ ਨਾਨਕ ਪ੍ਰਗਟਿਆ। ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ। ਤਾਰੇ ਛਪੈ ਅੰਧੇਰ ਪਲੋਆ, ਸਿੰਘ ਬੁੱਕੈ ਮਿਰਗਾਵਲੀ। ਭੰਨੀ ਜਾਏ ਨਾ ਧੀਰ ਧਰੋਆ। ਜੋ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਦਾ ਸਮਾਂ ਸੀਗਾ, ਵਿਆਕਲਤਾ ਸੀ, ਲੋਕ ਦੀਨ ਦੁਖੀ ਸਨ। ਸਭ ਉਸ ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸਾਂ ਕਰਦੇ ਸਨ। ਅਰਦਾਸਾਂ ਬੇਨਤੀਆਂ ਪ੍ਰਵਾਨ ਹੋਈਆਂ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪ੍ਰਵਰਿਓ। ਰਾਏ ਭੋਈ ਦੀ ਤਲਵੰਡੀ, ਮਾਤਾ ਤ੍ਰਿਪਤਾ ਜੀ, ਪਿਤਾ ਮਹਿਤਾ ਕਾਲੂ ਦੇ ਘਰ 15 ਅਪ੍ਰੈਲ 1469 ਈਸਵੀ ਨੂੰ ਜਗਤ ਜਲੰਦੇ ਨੂੰ ਤਾਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟੇ। ਬੜੀਆਂ ਖੁਸ਼ੀਆਂ, ਘਰ ਦੇ ਵਿੱਚ ਰੌਣਕਾਂ। ਵੱਡੇ ਭੈਣ ਬੇਬੇ ਨਾਨਕ ਜੀ ਨੂੰ ਚਾਅ ਚੜ੍ਹ ਗਿਆ। ਮਹਿਤਾ ਕਾਲੂ ਜੀ ਨੂੰ ਲੋਕ ਵਧਾਈਆਂ ਦਿੰਦੇ ਨੇ। ਮਾਂ ਤ੍ਰਿਪਤਾ ਦੇ ਬੂਹੇ ਉੱਤੇ ਬੇਅੰਤ ਰੌਣਕਾਂ ਲੱਗ ਗਈਆਂ। ਸਭ ਦੂਰੋਂ ਨੇੜੋਂ ਆਏ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਅਵਤਾਰ ਹੋਇਆ, ਔਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾਲੂ ਜੀ ਇਹ ਜਗਤ ਜਲੰਦੇ ਨੂੰ ਠਾਰਨ ਵਾਸਤੇ ਉਸ ਨਿਰੰਕਾਰ ਦੀ ਜੋਤ ਵਿੱਚੋਂ ਜੋਤ
ਲੈ ਕੇ ਆਪ ਸੰਸਾਰ ਤੇ ਨਾਰਾਇਣ ਆਏ। ਗਰੀਬ ਨਵਾਜ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਲ ਅਵਸਥਾ। ਇੱਕ ਦਿਨ ਮਾਂ ਜੀ ਨੇ ਆਖਿਆ ਮਹਿਤਾ ਕਾਲੂ ਜੀ ਨੂੰ, ਸੁਆਮੀ ਨਾਨਕ ਕੁਝ ਵੱਡਾ ਹੋ ਗਿਆ ਹੈ, ਇਹਨੂੰ ਦੁਨੀਆ ਦੀ ਕੋਈ ਪੜ੍ਹਾਈ ਜਿਹੜੀ ਹੈ ਉਹ ਪੜ੍ਹਾਉਣੀ ਚਾਹੀਦੀ ਹੈ। ਮਹਿਤਾ ਕਾਲੂ ਜੀ ਕਹਿਣ ਲੱਗੇ ਠੀਕ ਹੈ ਤ੍ਰਿਪਤਾ, ਲਿਆ ਅੰਦਰੋਂ ਗੁੜ ਦੀ ਰੋੜੀ ਲਿਆਂਦੀ। ਉਸ ਵਕਤ ਦੇ ਮੁਤਾਬਕ ਕੁਝ ਪੈਸੇ ਲੈ ਕੇ ਮਹਿਤਾ ਕਾਲੂ ਜੀ ਗੋਪਾਲ ਪਾਂਧੇ ਦੇ ਕੋਲ ਗਏ। ਉਹਨੇ ਵੇਖਿਆ ਵੀ ਸਾਡੇ ਮੁਖੀ ਨੇ, ਰਾਏ ਬਲਾਰ ਦੇ ਪਟਵਾਰੀ ਨੇ, ਔਰ ਸਾਡਾ ਵੀ ਸਤਿਕਾਰ ਕਰਨਾ ਇਹਨਾਂ ਦਾ ਸਾਡਾ ਫਰਜ਼ ਬਣਦਾ ਹੈ। ਉੱਠ ਕੇ ਖਲੋ ਕੇ ਸਤਿਕਾਰ ਕੀਤਾ, ਬਿਠਾਇਆ, ਅਦਬ ਦੇ ਨਾਲ ਪੁੱਛਿਆ ਅੱਜ ਕਿਸ ਤਰ੍ਹਾਂ ਆਏ ਹੋ। ਕਹਿਣ ਲੱਗੇ ਪਾਂਧਾ ਜੀ ਤੁਹਾਡੇ ਕੋਲ ਨਾਨਕ ਨੂੰ ਮੈਂ ਇਸ ਸੰਸਾਰ ਦੀ ਪੜ੍ਹਾਈ ਵਾਸਤੇ ਲੈ ਕੇ ਆਇਆ। ਹੱਥ ਜੋੜ ਕੇ ਧੰਨਵਾਦ ਕੀਤਾ, ਮੇਰੇ ਵੱਡੇ ਭਾਗ ਪਟਵਾਰੀ ਸਾਹਿਬ ਦਾ ਬੱਚਾ ਜਿਹੜਾ ਹੈ, ਪੁੱਤਰ ਜਿਹੜਾ, ਉਹ ਮੇਰੇ ਕੋਲੋਂ ਵਿੱਦਿਆ ਲਏਗਾ। ਗਰੀਬ ਨਵਾਜ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਲ ਖਲੋਤੇ, ਬਿਠਾਇਆ ਬੱਚਿਆਂ ਦੇ ਨਾਲ। ਪਿਤਾ ਮਹਿਤਾ ਕਾਲੂ ਜੀ ਘਰ ਵਾਪਸ ਆ ਗਏ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਬੱਚਿਆਂ ਦੀ ਪੰਗਤ ਵਿੱਚ ਬੈਠੇ। ਪਾਂਧਾ ਜੀ ਨੇ ਆਖਿਆ ਬੱਚਿਆਂ ਨੂੰ ਪੂਰਨੇ ਪਾ ਕੇ ਦਿੱਤੇ, ਫੱਟੀ ਉੱਤੇ ਕੁਝ ਲਿਖਣ ਵਾਸਤੇ ਆਖਿਆ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਫੱਟੀ ਉੱਤੇ ਲਿਖਿਆ, ਬੱਚਿਆਂ ਨੇ ਵੀ ਲਿਖਿਆ। ਪਾਂਧੇ ਨੇ ਸਾਰਿਆਂ ਬੱਚਿਆਂ ਨੂੰ ਆਖਿਆ ਲਿਆਓ ਫੱਟੀਆਂ ਵਿਖਾਓ ਕੀ ਲਿਖਿਆ ਹੈ। ਸਭਨਾਂ ਨੇ ਫੱਟੀਆਂ ਵਿਖਾਈਆਂ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਫੱਟੀ ਸਾਹਮਣੇ ਕੀਤੀ ਗੋਪਾਲ ਪਾਂਧੇ ਦੇ, ਕਹਿਣ ਲੱਗਾ ਨਾਨਕ ਇਹ ਕੀ ਲਿਖਿਆ ਹੈ, ਜੋ ਮੈਂ ਪੂਰਨੇ ਪਾਈ ਉਹ ਕਿਉਂ ਨਹੀਂ ਲਿਖਿਆ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਾਂਧਾ ਜੀ ਜੋ ਕੁਝ ਮੈਨੂੰ ਪੜ੍ਹਾਈ ਆਉਂਦੀ ਸੀ ਉਹ ਮੈਂ ਲਿਖ ਦਿੱਤੀ ਹੈ। ਪਾਂਧੇ ਨੇ ਆਖਿਆ ਮੇਰੀ ਸਮਝ ਵਿੱਚ ਨਹੀਂ ਆਉਂਦਾ, ਤੂੰ ਕੀ ਲਿਖਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਸਾ ਰਾਗ ਦੇ ਅੰਦਰ ਉਹ ਪੱਟੀ ਦਰਜ ਹੈ ਜਿਹਦੇ ਬੋਲ ਸਨ ਸਤਿਗੁਰਾਂ ਨੇ ਲਿਖੇ ਹੋਏ, ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਪਿਆ, ਸੇਵ ਤਰੈ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਪਿਆ। ਪਾਂਧੇ ਨੇ ਆਖਿਆ ਇਹਦਾ ਮਤਲਬ ਕੀ ਹੈ। ਆਖਿਆ ਪਾਂਧਾ ਜੀ ਉਸ ਮਾਲਕ ਦੇ ਗੁਣ ਫੱਟੀਆਂ ਤੇ ਹਿਰਦੇ ਰੂਪੀ ਫੱਟੀਆਂ ਤੇ ਵੀ ਲਿਖ ਲੈਣੇ ਚਾਹੀਦੇ, ਸੰਸਾਰ ਦੀਆਂ ਵੀ ਫੱਟੀਆਂ ਤੇ ਲਿਖਣੇ ਚਾਹੀਦੇ ਨੇ। ਜਿਸ ਮਾਲਕ ਨੇ ਸਾਰੀ ਇਸ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ ਉਸ ਨੂੰ ਯਾਦ ਕਰਨਾ ਚਾਹੀਦਾ ਹੈ, ਉਸ ਨੂੰ ਲਿਖ ਕੇ ਵੀ ਯਾਦ ਕਰਨਾ ਚਾਹੀਦਾ, ਉਹਦੇ ਗੁਣ ਵੀ ਗਾਉਣੇ ਚਾਹੀਦੇ ਨੇ। ਪਾਂਧੇ ਨੇ ਆਖਿਆ ਨਾਨਕ ਜੋ ਕੁਝ ਤੂੰ ਆਖਦਾ ਮੇਰੀ ਸਮਝ ਤੋਂ ਬਾਹਰ ਹੈ। ਇਹ ਬੱਚੇ ਬੈਠੇ ਨੇ, ਜੋ ਕੁਝ ਇਹਨਾਂ ਨੂੰ ਮੈਂ ਪੜ੍ਹਾਉਣਾ ਇਹ ਪੜ੍ਹਦੇ ਨੇ। ਜੋ ਤੂੰ ਇਹ ਨਹੀਂ ਪੜ੍ਹਾਈ ਪੜ੍ਹਨੀ ਤੇ ਫਿਰ ਤੂੰ ਆਪਣੇ ਘਰ ਨੂੰ ਚਲਾ ਜਾ। ਸਤ ਸੰਗਤ ਮਹਿਤਾ ਕਾਲੂ ਜੀ ਤਾਂ ਛੱਡ ਕੇ ਆ ਗਏ। ਮੇਰੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਛੁੱਟੀ ਹੋਣ ਦੇ ਵਕਤ ਤੋਂ ਪਹਿਲਾਂ ਹੀ ਜਿਹੜੀ ਫੱਟੀ ਹੈ ਉਹਨੂੰ ਝੋਲੇ ਵਿੱਚ ਪਾਇਆ, ਲੈ ਕੇ ਤੇ ਘਰ ਆਣ ਪਹੁੰਚੇ। ਇਹ ਸਭ ਤੋਂ ਪਹਿਲਾਂ ਉਪਦੇਸ਼ ਜਿਹੜਾ ਸੀ ਸਤਿਗੁਰਾਂ ਨੇ ਇਸ ਪਾਂਧੇ ਨੂੰ ਦਿੱਤਾ, ਔਰ ਪਾਂਧਾ ਜਿਹੜਾ ਸੀ ਉਹਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਉੱਤੇ ਸਿਰ ਰੱਖ ਕੇ ਮੱਥਾ ਟੇਕਿਆ ਕਿ ਐਸੀ ਪੜ੍ਹਾਈ ਮੇਰੇ ਕੋਲ ਨਹੀਂ ਹੈ ਜੋ ਤੂੰ ਪੜ੍ਹਨਾ ਚਾਹੁੰਦਾ ਹੈ। ਇਹ ਪੜ੍ਹਾਈ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਪਾਂਧਾ ਜੀ ਉਸ ਅਕਾਲ ਪੁਰਖ ਦੀ ਵਡਿਆਈ ਉਸ ਅਕਾਲ ਪੁਰਖ ਦੀਆਂ ਉਸਤਤਾਂ ਦੇ ਵਿੱਚ ਹੈ। ਇਹਨੇ ਬਚਨਾਂ ਦੀ ਸਾਂਝ ਬਣਾਉਂਦਿਆਂ ਬੇਅੰਤ ਭੁੱਲਾਂ ਹੋ ਗਈਆਂ। ਸਮਾਂ ਸੀਮਤ ਸੀਗਾ, ਸਮਾਪਤੀ ਹੈ ਜੀ। ਫਿਰ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਣ ਜਿਹੜੇ ਨੇ ਆਪਾਂ ਗਾਉਂਦੇ ਰਵਾਂਗੇ। ਸਮਾਂ ਇੱਦਾਂ ਜੇ ਮਿਲਦਾ ਰਹੇਗਾ। ਸਭਨਾਂ ਦਾ ਧੰਨਵਾਦ। ਆਈਆਂ ਸੰਗਤਾਂ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹੋ, ਕਰੋ ਕਿਰਪਾ, ਦਿਓ ਸੀਸਾਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਹਰਦੇਵ ਸਿੰਘ ਜੀ ਪਿੰਡਰ, ਜਿਨ੍ਹਾਂ ਨੇ ਤੁਹਾਨੂੰ ਸੰਖੇਪ ਸਾਖੀ ਸੁਣਾ ਕੇ ਨਿਹਾਲ ਕੀਤਾ। ਇਸ ਬਲੌਗ ਦੀ ਇੱਥੇ ਸਮਾਪਤੀ ਹੈ। ਅਗਲੇ ਬਲੌਗ ਵਿੱਚ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।